ਇਸ ਵੀਡੀਓ ਵਿੱਚ ਅਸੀਂ CBSE ਵੱਲੋਂ 7 ਜੁਲਾਈ 2020 ਨੂੰ 9ਵੀਂ ਅਤੇ 10ਵੀਂ ਜਮਾਤ ਲਈ ਜਾਰੀ ਪੰਜਾਬੀ ਵਿਸ਼ੇ ਦੇ ਸੋਧੇ ਹੋਏ ਪਾਠਕ੍ਰਮ ਦੀ ਗੱਲ ਕਰਾਂਗੇ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕਰੋਨਾ ਕਾਲ ਕਾਰਨ CBSE ਵੱਲੋਂ 7 ਜੁਲਾਈ 2020 ਨੂੰ ਇੱਕ ਸੋਧਿਆ ਹੋਇਆ ਸਿਲੇਬਸ ਜਾਰੀ ਕੀਤਾ ਗਿਆ। ਇਸ ਪਾਠਕ੍ਰਮ ਵਿੱਚ CBSE ਵੱਲੋਂ 9ਵੀਂ ਤੋਂ 12ਵੀਂ ਜਮਾਤ ਦੇ ਲਗਭਗ 190 ਵਿਸ਼ਿਆਂ ਦਾ ਪਾਠਕ੍ਰਮ ਜੋ ਹੈ ਉਸ 'ਤੇ 30% ਦਾ ਕੱਟ ਲਗਾ ਦਿੱਤਾ ਗਿਆ। ਸੋ ਅਸੀਂ ਇਸ ਵੀਡੀਓ ਵਿੱਚ ਪੰਜਾਬੀ ਵਿਸ਼ੇ ਦੇ 9ਵੀਂ ਅਤੇ 10ਵੀਂ ਜਮਾਤ ਦੇ ਪਾਠਕ੍ਰਮ ਦੀ ਗੱਲ ਕਰਾਂਗੇ। ਆਓ ਵੇਖਦੇ ਹਾਂ ਕਿ ਹੁਣ ਜਾਰੀ ਪਾਠਕ੍ਰਮ ਕਿਸ ਤਰ੍ਹਾਂ ਦਾ ਹੈ ਤੇ ਪਹਿਲਾਂ ਕਿਸ ਤਰ੍ਹਾਂ ਦਾ। ਅਸੀਂ ਦੋਨਾਂ ਦੀ ਤੁਲਨਾ ਵੀ ਕਰਾਂਗੇ ਤੇ ਇਸ ਨੂੰ ਵਿਸਥਾਰ ਦੇ ਵਿੱਚ ਸਮਝਾਂਗੇ ਵੀ। ਪਹਿਲਾਂ 9ਵੀਂ ਜਮਾਤ ਦੀ ਗੱਲ ਕਰਦੇ ਹਾਂ। ਇਹ ਜੋ ਹੈ ਇਹ ਅੰਕਾਂ ਦਾ ਖਾਕਾ ਹੈ, ਜਿਸ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਸਾਲਾਨਾ ਲਿਖਤੀ ਪ੍ਰੀਖਿਆ 80 ਅੰਕ ਦੀ ਹੋਵੇਗੀ। ਅੱਗੇ ਇਸ ਦੀ ਵੰਡ ਇਸ ਪ੍ਰਕਾਰ ਹੈ। ਊੜਾ ਭਾਗ ਹੈ ਐਡਵਾਂਸ ਪੜ੍ਹਨ ਕੌਸ਼ਲ, ਇਸ ਦੇ 10 ਅੰਕ ਹੋਣਗੇ ਤੇ ਇਸ ਲਈ 20 ਪੀਰੀਅਡ ਨਿਰਧਾਰਿਤ ਕੀਤੇ ਗਏ ਹਨ। ਆੜਾ ਭਾਗ ਵਿਆਕਰਨ ਲਈ ਹੈ, ਜਿਸ ਲਈ 16 ਅੰਕ ਨਿਰਧਾਰਿਤ ਕੀਤੇ ਗਏ ਹਨ ਤੇ ਇਸ ਲਈ 29 ਪੀਰੀਅਡ ਦਿੱਤੇ ਗਏ ਹਨ। ਈੜੀ ਭਾਗ ਪ੍ਰਭਾਵਸ਼ਾਲੀ ਲਿਖਣ ਕੌਸ਼ਲ, ਇਸ ਲਈ 14 ਅੰਕ ਦਿੱਤੇ ਗਏ ਹਨ ਤੇ 40 ਪੀਰੀਅਡ ਨਿਰਧਾਰਿਤ ਕੀਤੇ ਗਏ ਹਨ। ਅਗਲਾ ਜੋ ਹਿੱਸਾ ਹੈ ਉਹ ਸਾਹਿਤ ਨਾਲ ਸੰਬੰਧਿਤ ਹੈ, ਜੋ ਕਿ ਪਾਠ ਪੁਸਤਕਾਂ ਤੇ ਆਧਾਰਿਤ ਹੋਵੇਗਾ। ਇਸ ਲਈ 40 ਅੰਕ ਹਨ ਤੇ ਇਸ ਲਈ 43 ਪੀਰੀਅਡ ਨਿਰਧਾਰਿਤ ਕੀਤੇ ਗਏ ਹਨ। ਇਸ ਤਰ੍ਹਾਂ ਕੁੱਲ ਅੰਕ 80 ਬਣਦੇ ਹਨ। ਆਂਤਰਿਕ ਮੁਲਾਂਕਣ ਪਹਿਲਾਂ ਦੀ ਤਰ੍ਹਾਂ ਹੀ 20 ਅੰਕਾਂ ਦਾ ਹੈ, ਜਿਸ ਵਿੱਚ ਕਿਰਿਆਤਮਕ ਕੰਮ ਹਨ। ਸੋ ਇਹ ਜੋ ਹੈ ਇਹ ਜੁਲਾਈ 2020 ਤੋਂ ਮਾਰਚ 2021 ਲਈ ਜਾਰੀ ਪਾਠਕ੍ਰਮ ਦਾ ਖਾਕਾ ਹੈ ਕਿ ਅੰਕਾਂ ਦੀ ਵੰਡ ਕਿਸ ਤਰ੍ਹਾਂ ਹੋਏਗੀ। ਜੋ ਅਪ੍ਰੈਲ ਮਹੀਨੇ ਦੇ ਵਿੱਚ ਪਾਠਕ੍ਰਮ ਜਾਰੀ ਕੀਤਾ ਗਿਆ ਸੀ, ਜਿਵੇਂ CBSE ਵੱਲੋਂ ਹਰ ਸਾਲ ਜਾਰੀ ਕੀਤਾ ਜਾਂਦਾ ਹੈ, ਉਹ ਪਹਿਲਾਂ ਕਿਸ ਤਰ੍ਹਾਂ ਦਾ ਸੀ, ਆਓ ਉਹ ਵੀ ਵੇਖਦੇ ਹਾਂ। ਪਹਿਲਾਂ ਐਡਵਾਂਸ ਪੜ੍ਹਨ ਕੌਸ਼ਲ ਲਈ 15 ਅੰਕ ਸਨ, ਜੋ ਕਿ ਹੁਣ 10 ਹੋ ਗਏ ਹਨ। ਪੀਰੀਅਡ ਪਹਿਲਾਂ ਵੀ 20 ਸਨ ਤੇ ਹੁਣ ਵੀ 20 ਹੀ ਹਨ। ਵਿਆਕਰਨ ਲਈ ਪਹਿਲਾਂ 20 ਅੰਕ ਸਨ, ਜੋ ਕਿ ਹੁਣ 16 ਹੋ ਗਏ ਹਨ। ਪਹਿਲਾਂ ਪੀਰੀਅਡ 35 ਸਨ, ਹੁਣ 29 ਹੋ ਗਏ ਹਨ। ਪ੍ਰਭਾਵਸ਼ਾਲੀ ਲਿਖਣ ਕੌਸ਼ਲ ਲਈ ਪਹਿਲਾਂ 25 ਅੰਕ ਸਨ, ਹੁਣ 14 ਹੋ ਗਏ ਹਨ ਤੇ ਪਹਿਲਾਂ ਪੀਰੀਅਡ 40 ਸਨ, ਹੁਣ ਵੀ 40 ਹੀ ਹਨ। ਇਸੇ ਤਰ੍ਹਾਂ ਸਾਹਿਤ ਨਾਲ ਸੰਬੰਧਿਤ ਪ੍ਰਸ਼ਨ ਹਨ ਜੋ ਪਾਠ ਪੁਸਤਕਾਂ ਤੇ ਆਧਾਰਿਤ ਹੋਣਗੇ। ਉਸ ਲਈ ਪਹਿਲਾਂ 20 ਅੰਕ ਨਿਰਧਾਰਿਤ ਸਨ, ਹੁਣ 40 ਹੋ ਗਏ ਹਨ ਅਤੇ ਪੀਰੀਅਡ ਪਹਿਲਾਂ 55 ਸਨ, ਹੁਣ 43 ਹੋ ਗਏ ਹਨ। ਆਂਤਰਿਕ ਮੁਲਾਂਕਣ ਪਹਿਲਾਂ ਵੀ 20 ਅੰਕ ਦਾ ਸੀ ਤੇ ਹੁਣ ਵੀ 20 ਅੰਕ ਦਾ ਹੈ। ਆਓ ਇਸ ਨੂੰ ਹੋਰ ਵਿਸਥਾਰ ਵਿੱਚ ਸਮਝਦੇ ਹਾਂ ਕਿ ਹਰ ਭਾਗ ਵਿੱਚ ਕੀ ਕੀ ਹੋਵੇਗਾ। ਭਾਗ ਊੜਾ ਦੇ ਵਿੱਚ ਜਿਸ ਲਈ 10 ਅੰਕ ਨਿਰਧਾਰਿਤ ਹਨ,
ਇੱਕ ਅਣਡਿੱਠਾ ਪਹਿਰਾ ਹੋਏਗਾ ਚੋਣ ਆਧਾਰਿਤ 200 ਤੋਂ 250 ਸ਼ਬਦਾਂ ਦਾ ਹੋਵੇਗਾ, ਜਿਸ ਵਿੱਚੋਂ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਇਸੇ ਤਰ੍ਹਾਂ ਇਸ ਦੇ ਦੂਜੇ ਭਾਗ ਵਿੱਚ ਅਣਡਿੱਠੀ ਕਾਵਿ ਟੁਕੜੀ ਦਿੱਤੀ ਜਾਵੇਗੀ। ਇਹ ਵੀ ਚੋਣ ਆਧਾਰਿਤ ਹੋਵੇਗੀ, ਜਿਸ ਵਿੱਚੋਂ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ ਤੇ ਤੁਸੀਂ ਉਹਨਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖਣਾ ਹੈ। ਵਿਆਕਰਨ ਵਿੱਚੋਂ ਅਸੀਂ ਵੇਖਦੇ ਹਾਂ ਕਿ 4 ਭਾਗ ਹਨ। ਵਿਰੋਧੀ ਸ਼ਬਦ, ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ, ਕਿਉਂਕਿ ਵਿਆਕਰਨ ਦੇ ਵਿੱਚੋਂ ਕੁੱਲ 16 ਅੰਕ ਦੇ ਪ੍ਰਸ਼ਨ ਪੁੱਛੇ ਜਾਣਗੇ। ਪਹਿਲਾਂ 20 ਅੰਕਾਂ ਦੇ ਸਨ। ਵਿਰੋਧੀ ਸ਼ਬਦ, ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਫਿਰ ਸ਼ਬਦ ਸ਼ੁੱਧੀ, ਇਸ ਵਿੱਚੋਂ ਵੀ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਕਿਰਿਆ ਵਿੱਚੋਂ ਵੀ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਅਤੇ ਮੁਹਾਵਰੇ, ਅਗਲੇ ਜੋ ਹਿੱਸਾ ਹੈ ਮੁਹਾਵਰੇ, ਊੜਾ ਤੋਂ ਹਾਹਾ ਤੱਕ, ਉਸ ਵਿੱਚੋਂ ਵੀ ਬਹੁ ਵਿਕਲਪੀ ਪ੍ਰਸ਼ਨ ਜੋ ਹਨ ਪ੍ਰਸ਼ਨ ਉਹ ਪੁੱਛੇ ਜਾਣਗੇ। ਫਿਰ ਅਗਲਾ ਹਿੱਸਾ ਜੋ ਪਾਠ ਪੁਸਤਕਾਂ ਤੇ ਆਧਾਰਿਤ ਹੋਏਗਾ, ਇਸ ਦੇ ਵੀ 2 ਹਿੱਸੇ ਦਿੱਤੇ ਗਏ ਹਨ, ਕਹਾਣੀ, ਵਾਰਤਕ, ਜੀਵਨੀ ਤੇ ਇਕਾਂਗੀ। ਇਹਨਾਂ ਵਿੱਚੋਂ ਬਹੁ ਵਿਕਲਪੀ ਪ੍ਰਸ਼ਨ ਜੋ ਹਨ ਉਹ ਪੁੱਛੇ ਜਾਣਗੇ। ਫਿਰ ਅਗਲਾ ਕਾਵਿ ਟੁਕੜੀ ਆਧਾਰਿਤ, ਇਹ ਵੀ ਬਹੁ ਵਿਕਲਪੀ ਪ੍ਰਸ਼ਨ ਹੋਣਗੇ ਤੇ ਇਸ ਹਿੱਸੇ ਨੂੰ 14 ਅੰਕ ਦਿੱਤੇ ਗਏ ਹਨ। ਅਗਲੇ ਹਿੱਸੇ ਵੱਲ ਵੱਧਦੇ ਹਾਂ। ਇਸ ਹਿੱਸੇ ਦੇ ਵਿੱਚ ਪਾਠ ਪੁਸਤਕਾਂ ਤੇ ਆਧਾਰਿਤ ਪ੍ਰਸ਼ਨ ਪੁੱਛੇ ਜਾਣਗੇ ਤੇ ਇਹ ਪ੍ਰਸ਼ਨ ਵਰਣਾਤਮਕ ਪ੍ਰਸ਼ਨ ਹੋਣਗੇ, ਜੋ ਕਿ 26 ਅੰਕਾਂ ਦੇ ਹੋਣਗੇ। ਪਹਿਲਾ ਜੋ ਹਿੱਸਾ ਹੈ ਉਸ ਵਿੱਚ ਕਵਿਤਾ, ਜੀਵਨੀ ਤੇ ਵਾਰਤਕ ਵਿੱਚੋਂ ਪ੍ਰਸ਼ਨ ਪੁੱਛੇ ਜਾਣਗੇ, ਜਿਨ੍ਹਾਂ ਦਾ ਉੱਤਰ 20 ਤੋਂ 25 ਸ਼ਬਦਾਂ ਦੇ ਵਿੱਚ ਦੇਣਾ ਹੋਏਗਾ। ਇਹ ਚੋਣ ਆਧਾਰਿਤ ਹੋਣਗੇ, ਭਾਵ ਤੁਹਾਨੂੰ ਛੋਟ ਹੋਏਗੀ ਕਿ ਤੁਸੀਂ ਪ੍ਰਸ਼ਨ ਚੁਣ ਸਕਦੇ ਹੋ ਕਿ ਤੁਸੀਂ ਕਿਸ ਦਾ ਉੱਤਰ ਦੇਣਾ ਹੈ। ਦੂਜੇ ਹਿੱਸੇ ਦੇ ਵਿੱਚ ਜੀਵਨੀ ਤੇ ਵਾਰਤਕ ਵਿੱਚੋਂ 40 ਤੋਂ 50 ਸ਼ਬਦਾਂ ਵਿੱਚ ਉੱਤਰ ਦੇਣ ਲਈ ਪ੍ਰਸ਼ਨ ਪੁੱਛੇ ਜਾਣਗੇ। ਇਹ ਵੀ ਚੋਣ ਆਧਾਰਿਤ ਹੋਣਗੇ। ਤੀਜੇ ਹਿੱਸੇ ਦੇ ਵਿੱਚ ਇਕਾਂਗੀ ਤੇ ਕਹਾਣੀ ਵਿੱਚੋਂ ਪ੍ਰਸ਼ਨ ਪੁੱਛੇ ਜਾਣਗੇ, ਜਿਨ੍ਹਾਂ ਦਾ ਉੱਤਰ 40 ਤੋਂ 50 ਸ਼ਬਦਾਂ ਦੇ ਵਿੱਚ ਦੇਣਾ ਹੋਏਗਾ। ਇਹ ਵੀ ਚੋਣ ਆਧਾਰਿਤ ਹੋਣਗੇ। ਫਿਰ ਪ੍ਰਭਾਵਸ਼ਾਲੀ ਲਿਖਣ ਕੌਸ਼ਲ, ਇਸ ਲਈ 14 ਅੰਕ ਨਿਰਧਾਰਿਤ ਕੀਤੇ ਗਏ ਹਨ। ਇਸ ਦਾ ਪਹਿਲਾ ਜੋ ਹਿੱਸਾ ਹੈ ਲੇਖ ਰਚਨਾ, ਲੇਖ ਰਚਨਾ ਦੇ ਵਿੱਚ ਵਿਚਾਰ ਪ੍ਰਧਾਨ ਅਤੇ ਆਮ ਵਿਸ਼ਿਆਂ ਵਿੱਚੋਂ ਲੇਖ ਜੋ ਹੈ ਉਹ ਲਿਖਣ ਲਈ ਕਿਹਾ ਜਾਏਗਾ। ਤੁਸੀਂ 100 ਤੋਂ 150 ਸ਼ਬਦਾਂ ਦੇ ਵਿੱਚ ਲੇਖ ਲਿਖਣਾ ਹੈ। 3 ਲੇਖ ਚੋਣ ਆਧਾਰਿਤ ਹੋਣਗੇ, ਜਿਸ ਵਿੱਚ ਨੁਕਤੇ ਵੀ ਦਿੱਤੇ ਜਾਣਗੇ, ਭਾਵ ਨੁਕਤਿਆਂ ਸਾਹਿਤ ਤੁਹਾਨੂੰ 3 ਲੇਖ ਦਿੱਤੇ ਗਏ ਹੋਣਗੇ, ਤੁਸੀਂ ਉਹਨਾਂ ਵਿੱਚੋਂ ਇੱਕ ਲੇਖ ਲਿਖਣਾ ਹੈ। ਫਿਰ ਅੱਗੇ ਪੱਤਰ ਰਚਨਾ, ਪੱਤਰ ਰਚਨਾ ਦੇ ਵਿੱਚ ਨਿੱਜੀ ਤੇ ਦਫ਼ਤਰੀ, ਇਹ ਵੀ 2 ਪੱਤਰ ਦਿੱਤੇ ਜਾਣਗੇ। ਨੁਕਤਿਆਂ ਸਾਹਿਤ, ਇਹਨਾਂ ਵਿੱਚੋਂ ਤੁਸੀਂ ਇੱਕ ਪੱਤਰ ਲਿਖਣਾ ਹੈ। ਫਿਰ ਇਸ ਦੇ ਤੀਜੇ ਹਿੱਸੇ ਦੇ ਵਿੱਚ ਚਿੱਤਰ, ਭਾਵ ਫੋਟੋ ਜਾਂ ਤਸਵੀਰ, ਦ੍ਰਿਸ਼ ਦੇ ਆਧਾਰ ਤੇ ਵਰਣਨ ਤੁਸੀਂ ਕਰਨਾ ਹੈ 50 ਸ਼ਬਦਾਂ ਦੇ ਵਿੱਚ। ਇਹ ਵੀ ਚੋਣ ਆਧਾਰਿਤ ਹੋਏਗਾ। ਸੋ ਇਹ ਸੀ ਪਾਠਕ੍ਰਮ। ਹੁਣ ਪੁਰਾਣੇ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਕੀ ਸੀ, ਫਰਕ ਕੀ ਸੀ। ਪੁਰਾਣੇ ਦੇ ਵਿੱਚ ਅਣਡਿੱਠਾ ਪਹਿਰਾ ਜੋ ਹੈ
ਉਸ ਦੇ ਵਿੱਚ ਅਸੀਂ ਵੇਖਦੇ ਹਾਂ ਕਿ 200 ਤੋਂ 250 ਸ਼ਬਦਾਂ ਦਾ ਪੈਰਾ ਸੀ, ਪਰ ਇਸ ਦੇ ਵਿੱਚ 4 ਛੋਟੇ ਪ੍ਰਸ਼ਨ ਅਤੇ 1 ਅੰਕ ਤੇ 1 ਤੁਸੀਂ ਸਿਰਲੇਖ ਦੇਣਾ ਸੀ ਤੇ ਇਸ ਦੇ 9 ਅੰਕ ਸਨ। ਅਣਡਿੱਠੀ ਕਾਵਿ ਟੁਕੜੀ ਚੋਂ ਵੀ 3 ਪ੍ਰਸ਼ਨ ਪੁੱਛੇ ਜਾਣੇ ਸਨ, ਜਿਸ ਲਈ 6 ਅੰਕ ਸਨ ਤੇ ਇੱਥੇ 15 ਅੰਕ ਸਨ, ਜੋ ਕਿ ਹੁਣ 10 ਹੋ ਗਏ। ਹੁਣ 10 ਹੋ ਗਏ ਤੇ ਹੁਣ ਇੱਕ ਜੋ ਹੋਰ ਜੋ ਚੀਜ਼ ਮਿਲ ਗਈ ਉਹ ਇਹ ਹੈ ਕਿ ਅਣਡਿੱਠਾ ਪੈਰਾ ਵੀ ਚੋਣ ਆਧਾਰਿਤ ਹੋ ਗਿਆ ਤੇ ਅਣਡਿੱਠੀ ਕਾਵਿ ਟੁਕੜੀ ਵੀ ਚੋਣ ਆਧਾਰਿਤ ਹੋ ਗਈ। ਤੁਹਾਡੇ ਕੋਲ ਵਿਕਲਪ ਹੋ ਗਿਆ। ਫਿਰ ਅੱਗੇ ਸੀ ਵਿਆਕਰਨ। ਵਿਆਕਰਨ ਵਿੱਚੋਂ ਪਹਿਲਾਂ 20 ਅੰਕ ਸੀ, ਹੁਣ 16 ਹੋ ਗਏ ਹਨ ਤੇ ਇਸ ਦੇ ਵਿੱਚੋਂ ਵਿਰੋਧੀ ਸ਼ਬਦ ਜੋ ਪੁੱਛੇ ਜਾਣੇ ਸਨ ਉਹ ਬਹੁ ਵਿਕਲਪੀ ਸਨ। ਲਿੰਗ ਵੀ ਬਹੁ ਵਿਕਲਪੀ, ਸ਼ਬਦ ਸ਼ੁੱਧੀ ਵੀ ਬਹੁ ਵਿਕਲਪੀ ਸੀ। ਵਿਸਮਿਕ ਵਿੱਚੋਂ ਛੋਟੇ ਪ੍ਰਸ਼ਨ ਸਨ, ਕਿਰਿਆ ਵਿੱਚੋਂ ਵੀ ਛੋਟੇ ਅਤੇ ਮੁਹਾਵਰੇ ਜੋ ਸਨ ਉਹ ਵੀ ਛੋਟੇ ਪ੍ਰਸ਼ਨ ਹੀ ਸਨ, ਭਾਵ ਮੁਹਾਵਰਿਆਂ ਤੇ ਵੀ ਛੋਟੇ ਪ੍ਰਸ਼ਨ ਹੀ ਪੁੱਛੇ ਜਾਣੇ ਸਨ। ਹੁਣ ਇਸ ਹਿੱਸੇ ਦੇ ਵਿੱਚ 2 ਹਿੱਸੇ ਤਾਂ ਹਟ ਗਏ, ਵਿਸਮਿਕ ਵੀ ਹਟ ਗਿਆ ਅਤੇ ਲਿੰਗ ਵੀ ਹਟ ਗਿਆ। 4 ਹਿੱਸੇ ਹੁਣ ਰਹਿ ਗਏ। ਫਿਰ ਪ੍ਰਭਾਵਸ਼ਾਲੀ ਲਿਖਣ ਕੌਸ਼ਲ ਜੋ ਹੈ ਹੁਣ 14 ਅੰਕਾਂ ਦਾ ਹੈ, ਪਹਿਲਾਂ 25 ਅੰਕਾਂ ਦਾ ਸੀ। ਲੇਖ ਰਚਨਾ ਦੇ ਵਿੱਚ ਬਾਕੀ ਤਾਂ ਉਸੇ ਤਰ੍ਹਾਂ ਸੀ, ਵਿਚਾਰ ਪ੍ਰਧਾਨ, ਆਮ ਵਿਸ਼ੇ, 3 ਲੇਖ ਵੀ ਸੀ, ਚੋਣ ਆਧਾਰਿਤ, ਨੁਕਤਿਆਂ ਸਾਹਿਤ। ਇੱਥੇ ਜੋ ਹੈ ਉਹ 200 ਸ਼ਬਦ ਸਨ, ਹੁਣ 100 ਤੋਂ 150 ਸ਼ਬਦ ਹੋ ਗਏ। ਪੱਤਰ ਰਚਨਾ ਉਸੇ ਤਰ੍ਹਾਂ ਸੀ, ਪਹਿਲਾਂ ਵੀ ਜਿਸ ਤਰ੍ਹਾਂ ਸੀ ਉਸੇ ਤਰ੍ਹਾਂ ਹੁਣ ਹੈ ਤੇ ਇਹ ਪ੍ਰਸ਼ਨ ਚਿੱਤਰ ਜਾਂ ਤਸਵੀਰ ਦੇ ਆਧਾਰ ਤੇ ਵਰਣਨ ਪਹਿਲਾਂ 80 ਸ਼ਬਦਾਂ ਦੇ ਵਿੱਚ ਕਰਨਾ ਸੀ, ਹੁਣ 50 ਸ਼ਬਦਾਂ ਦੇ ਵਿੱਚ ਤੁਸੀਂ ਕਰਨਾ ਹੈ, ਬਾਕੀ ਕੋਈ ਬਦਲਾਵ ਨਹੀਂ ਹੈ। ਤੇ ਪਾਠ ਪੁਸਤਕ ਤੇ ਆਧਾਰਿਤ ਜੋ ਪਹਿਲਾਂ ਪ੍ਰਸ਼ਨ ਪੁੱਛੇ ਜਾਣੇ ਸਨ ਉਹ ਪਹਿਲਾਂ 20 ਅੰਕਾਂ ਦੇ ਸੀ ਪਾਠ ਪੁਸਤਕ ਤੇ ਆਧਾਰਿਤ। ਹੁਣ ਪਾਠ ਪੁਸਤਕ ਦੇ ਆਧਾਰਿਤ ਮੰਨ ਕੇ ਚੱਲੋ ਕਿ ਤੁਹਾਨੂੰ 40 ਅੰਕ ਮਿਲ ਗਏ। 26 ਵਰਣਾਤਮਕ ਪ੍ਰਸ਼ਨਾਂ ਲਈ ਅਤੇ 14 ਦੂਜੇ ਪ੍ਰਸ਼ਨ ਜੋ ਬਹੁ ਵਿਕਲਪੀ ਹਨ। 14 ਅੰਕ ਉਹਨਾਂ ਲਈ ਹੋ ਗਏ। ਉਹ ਤੁਸੀਂ ਜਦੋਂ ਵੀਡੀਓ ਨੂੰ ਦੁਬਾਰਾ ਪਿੱਛੋਂ ਵੇਖੋਗੇ ਤਾਂ ਤੁਹਾਨੂੰ ਸਾਰਾ ਸਮਝ ਆ ਜਾਏਗਾ। ਪਹਿਲਾਂ ਸੀ ਕਿ ਅਤਿ ਛੋਟੇ ਪ੍ਰਸ਼ਨ ਜੋ ਹਨ ਕਹਾਣੀ ਤੇ ਵਾਰਤਕ ਵਿੱਚੋਂ ਬਹੁ ਵਿਕਲਪੀ, ਉਹਨਾਂ ਲਈ 4 ਅੰਕ ਸਨ। ਕਵਿਤਾ ਤੇ ਇਕਾਂਗੀ ਵਿੱਚੋਂ 1 ਸ਼ਬਦ ਵਾਲੇ ਸਨ, ਉਹਨਾਂ ਲਈ 4 ਅੰਕ ਸਨ। ਪਹਿਲਾਂ ਜੋ ਹੈ ਬਹੁ ਵਿਕਲਪੀ ਪ੍ਰਸ਼ਨ ਸਿਰਫ 4 ਅੰਕਾਂ ਦੇ ਹੀ ਆਣੇ ਸਨ, ਹੁਣ 14 ਅੰਕਾਂ ਦੇ ਬਹੁ ਵਿਕਲਪੀ ਪ੍ਰਸ਼ਨ ਆਣੇ ਹਨ। ਪਹਿਲਾਂ ਸਿਰਫ ਕਹਾਣੀ ਤੇ ਵਾਰਤਕ ਵਿੱਚੋਂ ਪੁੱਛੇ ਜਾਣੇ ਸਨ, ਹੁਣ ਕਹਾਣੀ, ਵਾਰਤਕ, ਜੀਵਨੀ, ਇਕਾਂਗੀ ਅਤੇ ਕਾਵਿ ਟੁਕੜੀ ਆਧਾਰਿਤ ਇਸ ਤਰ੍ਹਾਂ ਪੁੱਛੇ ਜਾਣਗੇ। 1 ਜੋ ਸ਼ਬਦ ਵਾਲੇ ਪ੍ਰਸ਼ਨ ਹਨ ਉਹ ਹੁਣ ਹਟ ਗਏ ਹਨ, ਉਹ ਹੁਣ ਨਹੀਂ ਹਨ। ਫਿਰ ਅੱਗੇ ਜੋ ਛੋਟੇ ਪ੍ਰਸ਼ਨ ਸਨ ਉਹ 25 ਤੋਂ 30 ਸ਼ਬਦਾਂ ਦੇ ਵਿੱਚ ਜੋ ਪੁੱਛੇ ਜਾਣੇ ਸਨ ਉਹ 20 ਤੋਂ 25 ਸ਼ਬਦਾਂ ਦੇ ਵਿੱਚ ਹੋ ਗਏ। ਪਹਿਲਾਂ ਕਹਾਣੀ ਤੇ ਜੀਵਨੀ ਵਿੱਚੋਂ ਸਨ, ਹੁਣ ਕਵਿਤਾ, ਜੀਵਨੀ ਤੇ ਵਾਰਤਕ ਵਿੱਚੋਂ ਨੇ। ਫਿਰ ਅੱਗੇ ਜੋ ਪ੍ਰਸ਼ਨ 40 ਤੋਂ 50 ਸ਼ਬਦਾਂ ਦੇ ਵਿੱਚ ਪੁੱਛੇ ਜਾਣੇ ਸਨ ਉਹ ਹੁਣ ਪੁੱਛੇ ਜਾਣੇ ਹਨ 40 ਤੋਂ 50 ਸ਼ਬਦਾਂ ਦੇ ਵਿੱਚ, ਜੋ ਕਿ ਪਹਿਲਾਂ 50 ਤੋਂ 60 ਸ਼ਬਦਾਂ ਦੇ ਸਨ। ਪਹਿਲਾਂ ਕਵਿਤਾ ਤੇ ਵਾਰਤਕ ਵਿੱਚੋਂ ਸਨ, ਹੁਣ ਜੀਵਨੀ ਤੇ ਵਾਰਤਕ ਵਿੱਚੋਂ ਪੁੱਛੇ ਜਾਣਗੇ। ਇਸੇ ਤਰ੍ਹਾਂ ਪਹਿਲਾਂ 50 ਤੋਂ 60 ਸ਼ਬਦਾਂ ਦਾ ਇੱਕ ਪ੍ਰਸ਼ਨ ਇਕਾਂਗੀ ਵਿੱਚੋਂ ਹੀ ਪੁੱਛਿਆ ਜਾਂਦਾ ਸੀ, ਭਾਵ ਚੋਣ ਆਧਾਰਿਤ ਪ੍ਰਸ਼ਨ ਸਨ ਦੋਨੋਂ ਪ੍ਰਸ਼ਨ, ਪਰ ਦੋਨੋਂ ਹੀ ਇਕਾਂਗੀ ਵਿੱਚੋਂ ਸਨ। ਹੁਣ ਇੱਥੇ ਵੀ
40 ਤੋਂ 50 ਸ਼ਬਦਾਂ ਦੇ ਵਿੱਚ ਉੱਤਰ ਦੇਣਾ ਹੈ ਅਤੇ ਇੱਥੇ ਇਕਾਂਗੀ ਦੇ ਨਾਲ ਕਹਾਣੀ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ। ਹੁਣ ਦੇਖਦੇ ਹਾਂ ਕਿ ਪਾਠ ਪੁਸਤਕ ਵਿੱਚੋਂ ਕਿਹੜੇ-ਕਿਹੜੇ ਪਾਠ ਸ਼ਾਮਿਲ ਕੀਤੇ ਗਏ ਹਨ। ਸਾਹਿਤਿਕ ਕਿਰਨਾਂ ਭਾਗ ਪਹਿਲਾ। ਇਸ ਪਾਠ ਪੁਸਤਕ ਵਿੱਚੋਂ 4 ਕਾਵਿ ਰਚਨਾਵਾਂ ਹਨ। ਫਰੀਦਾ ਜੇ ਤੂੰ ਅਕਲ ਲਤੀਫ ਸ਼ੇਖ ਫਰੀਦ ਜੀ ਦੀ ਰਚਨਾ। ਸਿਮਲ ਰੁੱਖ ਸਰਾਇਰਾ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਸਮਾਂ ਕਵਿਤਾ ਭਾਈ ਵੀਰ ਸਿੰਘ ਜੀ ਦੀ ਅਤੇ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਫਿਰੋਜ਼ਦੀਨ ਸ਼ਰਫ ਦੀ। ਇਸੇ ਤਰ੍ਹਾਂ ਵਾਰਤਕ ਵਾਲੇ ਹਿੱਸੇ ਵਿੱਚੋਂ ਕਬੱਡੀ ਪ੍ਰਿੰਸੀਪਲ ਸਰਵਣ ਸਿੰਘ ਦਾ ਲੇਖ, ਗੱਪਬਾਜ਼ ਪਿਆਰਾ ਸਿੰਘ ਦਾਤਾ ਅਤੇ ਪੰਜਾਬੀ ਵਿਰਸਾ ਹਰਕੇਸ਼ ਸਿੰਘ ਕਹਿਲ। ਸੋ ਇਹ ਸਾਹਿਤਿਕ ਕਿਰਨਾਂ ਪਾਠ ਪੁਸਤਕ ਵਿੱਚੋਂ ਸ਼ਾਮਿਲ ਕੀਤੇ ਗਏ ਹਨ। ਇਸੇ ਤਰ੍ਹਾਂ ਸਾਹਿਤਿਕ ਰੰਗ ਭਾਗ ਪਹਿਲਾ ਵਿੱਚੋਂ 2 ਕਹਾਣੀਆਂ, ਇੱਕ ਸਧਾਰਨ ਆਦਮੀ ਸੰਤੋਖ ਸਿੰਘ ਧੀਰ ਦੀ ਅਤੇ ਦੁੱਧ ਤੇ ਪੁੱਤ ਬਚਿੰਤ ਕੌਰ ਦੀ। ਇਸੇ ਤਰ੍ਹਾਂ ਇਕਾਂਗੀ ਕਿਰਤ ਦਾ ਸਤਿਕਾਰ ਡਾਕਟਰ ਹਰਚਰਨ ਸਿੰਘ ਦਾ ਅਤੇ ਜੀਵਨੀਆਂ ਕਰਤਾਰ ਸਿੰਘ ਸਰਾਭਾ ਡਾਕਟਰ ਹਰਬੰਸ ਸਿੰਘ ਚਾਵਲਾ ਦੀ ਲਿਖੀ ਹੋਈ ਅਤੇ ਪੁਲਾੜ ਦੀ ਪਰੀ ਕਲਪਨਾ ਚਾਵਲਾ ਸੁਨੀਲ ਕੁਮਾਰ ਬੇਦੀ ਦੀ ਲਿਖੀ ਹੋਈ। ਜਦੋਂ ਅਸੀਂ ਪੁਰਾਣੇ ਪਾਠਕ੍ਰਮ ਨੂੰ ਵੇਖਦੇ ਹਾਂ ਜੋ ਅਪ੍ਰੈਲ ਦੇ ਵਿੱਚ ਜਾਰੀ ਕੀਤਾ ਗਿਆ ਸੀ, ਉਸ ਦੇ ਵਿੱਚੋਂ ਹੁਣ ਰੁੱਖ ਕਵਿਤਾ ਹਟ ਗਈ ਹੈ ਅਤੇ ਵਾਰਤਕ ਵਿੱਚੋਂ ਸਵੈ ਰੱਖਿਆ ਇਹ ਜੋ ਪਾਠ ਹੈ ਇਹ ਹਟ ਗਏ ਹਨ। ਸਾਹਿਤਿਕ ਕਿਰਨਾਂ ਵਿੱਚੋਂ 2 ਪਾਠ ਰੁੱਖ ਅਤੇ ਸਵੈ ਰੱਖਿਆ ਇਹ ਹਟੇ ਹਨ ਅਤੇ ਸਾਹਿਤਿਕ ਰੰਗ ਵਿੱਚੋਂ ਪਰਦੇਸ ਨਾ ਤੂੰ ਤੋਰੀ ਬਾਬਲਾ ਕਹਾਣੀ ਹੁਣ ਹਟ ਗਈ ਹੈ। ਬਸ ਇਸ ਪੁਸਤਕ ਵਿੱਚੋਂ ਇੱਕੋ ਹੀ ਕਹਾਣੀ ਹਟੀ ਹੈ। ਅਸੀਂ ਵੇਖਦੇ ਹਾਂ ਕਿ ਸਾਹਿਤਿਕ ਕਿਰਨਾਂ ਜੋ ਪੁਸਤਕ ਹੈ ਉਹ ਲੱਗੀ ਹੋਈ ਹੈ, ਤੁਹਾਨੂੰ ਸਕਰੀਨ 'ਤੇ ਨਜ਼ਰ ਆ ਰਹੀ ਹੈ। ਇਸ ਦੇ ਵਿੱਚ ਕੁੱਲ 16 ਪਾਠ ਹਨ। ਇਸ ਵਿੱਚੋਂ ਅਸੀਂ ਵੇਖਦੇ ਹਾਂ ਕਿ ਸਾਡੇ ਪਾਠਕ੍ਰਮ ਵਿੱਚ ਹੁਣ ਕਿਹੜੇ-ਕਿਹੜੇ ਹਨ। ਪਹਿਲਾ ਪਾਠ, ਦੂਜਾ ਜੋ ਹੈ ਗੁਰੂ ਨਾਨਕ ਦੇਵ ਜੀ ਰਚਨਾ ਸਿਮਲ ਰੁੱਖ ਸਰਾਇਰਾ, ਸਿਰਫ ਇੱਕੋ ਹੀ ਰਚਨਾ ਸ਼ਾਮਿਲ ਕੀਤੀ ਗਈ ਹੈ। ਇਸੇ ਤਰ੍ਹਾਂ ਭਾਈ ਵੀਰ ਸਿੰਘ ਦੀ ਵੀ ਇੱਕੋ ਹੀ ਕਵਿਤਾ ਸਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਫਿਰੋਜ਼ਦੀਨ ਸ਼ਰਫ ਦੀ ਰਚਨਾ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸੇ ਤਰ੍ਹਾਂ ਵਾਰਤਕ ਵਾਲੇ ਭਾਗ ਵਿੱਚੋਂ ਪ੍ਰਿੰਸੀਪਲ ਸਰਵਣ ਸਿੰਘ ਦੀ ਰਚਨਾ ਕਬੱਡੀ, ਪਿਆਰਾ ਸਿੰਘ ਦਾਤਾ ਦੀ ਰਚਨਾ ਗੱਪਬਾਜ਼ ਅਤੇ ਹਰਕੇਸ਼ ਸਿੰਘ ਕਹਿਲ ਦੀ ਰਚਨਾ ਪੰਜਾਬੀ ਵਿਰਸਾ। ਅੱਗੇ ਸਾਹਿਤਿਕ ਰੰਗ। ਸਾਹਿਤਿਕ ਰੰਗ ਦੇ ਵਿੱਚ ਕੁੱਲ 10 ਪਾਠ ਹਨ। 10 ਵਿੱਚੋਂ ਸਾਡੇ ਪਾਠਕ੍ਰਮ ਵਿੱਚ ਸੰਤੋਖ ਸਿੰਘ ਧੀਰ ਦੀ ਰਚਨਾ ਇੱਕ ਸਧਾਰਨ ਆਦਮੀ, ਬਚਿੰਤ ਕੌਰ ਦੁਆਰਾ ਰਚਿਤ ਕਹਾਣੀ ਦੁੱਧ ਤੇ ਪੁੱਤ, ਡਾਕਟਰ ਹਰਚਰਨ ਸਿੰਘ ਦੁਆਰਾ ਰਚਿਤ ਇਕਾਂਗੀ ਕਿਰਤ ਦਾ ਸਤਿਕਾਰ, ਡਾਕਟਰ ਹਰਬੰਸ ਸਿੰਘ ਚਾਵਲਾ ਦੁਆਰਾ ਰਚਿਤ ਜੀਵਨੀ ਕਰਤਾਰ ਸਿੰਘ ਸਰਾਭਾ ਅਤੇ ਸੁਨੀਲ ਕੁਮਾਰ ਬੇਦੀ ਦੁਆਰਾ ਰਚਿਤ ਪੁਲਾੜ ਦੀ ਪਰੀ ਕਲਪਨਾ ਚਾਵਲਾ, ਇਹ ਇਸ ਜੀਵਨੀ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਸੀ 9ਵੀਂ ਜਮਾਤ ਦਾ ਪਾਠਕ੍ਰਮ ਜੋ ਕਿ ਸੋਧ ਕੇ 7 ਜੁਲਾਈ 2020 ਨੂੰ ਜਾਰੀ ਕੀਤਾ ਗਿਆ ਹੈ। ਹੁਣ 10ਵੀਂ ਜਮਾਤ ਦੇ ਪਾਠਕ੍ਰਮ ਵੱਲ ਵੱਧਦੇ ਹਾਂ ਕਿ ਉਸ ਵਿੱਚ ਕੀ ਹੈ। 10ਵੀਂ ਦੇ ਪਾਠਕ੍ਰਮ ਦੇ ਵਿੱਚ ਵੀ ਜੋ ਸਾਲਾਨਾ ਲਿਖਤੀ ਪ੍ਰੀਖਿਆ ਹੈ ਉਹ ਵੀ 80 ਅੰਕਾਂ ਦੀ ਹੈ। ਇਹ ਵਾਲਾ ਜੋ ਇਹ ਹਿੱਸਾ ਹੈ ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ 9ਵੀਂ ਜਮਾਤ ਦਾ ਹੈ, ਬਿਲਕੁਲ ਉਸੇ ਤਰ੍ਹਾਂ ਇਹ ਵੰਡ ਹੈ। ਤੁਸੀਂ 9ਵੀਂ ਜਮਾਤ ਵਾਲੇ ਹਿੱਸੇ ਵਿੱਚੋਂ ਇਸ ਜੋ
ਭਾਗ ਦੀ ਵਿਆਖਿਆ ਹੈ ਉਸਨੂੰ ਬੜੀ ਆਸਾਨੀ ਨਾਲ ਸਮਝ ਸਕਦੇ ਹੋ। ਬਿਲਕੁਲ ਉਸੇ ਤਰ੍ਹਾਂ ਹੀ ਹੈ ਇਹ ਵੰਡ ਵੀ। ਇਹ ਸਾਰਾ ਜੋ ਹਿੱਸਾ ਹੈ ਇਸ ਦੀ ਵੰਡ ਬਿਲਕੁਲ ਹੂਬਹੂ 9ਵੀਂ ਵਾਲੀ ਹੀ ਹੈ। ਜਦੋਂ ਇਸ ਹਿੱਸੇ ਨਾਲ ਤੁਲਨਾ ਕਰਦੇ ਹਾਂ ਤਾਂ ਬਿਲਕੁਲ ਉਸੇ ਤਰ੍ਹਾਂ ਹੀ ਹੈ 9ਵੀਂ ਜਮਾਤ ਵਾਲੇ ਹਿੱਸੇ ਦੀ ਤਰ੍ਹਾਂ ਹੀ। ਸੋ ਇੱਥੇ ਅਸੀਂ ਜ਼ਿਆਦਾ ਸਮਾਂ ਨਹੀਂ ਲਗਾਵਾਂਗੇ, ਅੱਗੇ ਵੱਧਦੇ ਹਾਂ। 10ਵੀਂ ਜਮਾਤ ਦੇ ਵਿੱਚ ਕਿਸ ਤਰ੍ਹਾਂ ਪਾਠਕ੍ਰਮ ਨੂੰ ਵੰਡਿਆ ਗਿਆ ਹੈ। ਇਹ ਵਾਲਾ ਹਿੱਸਾ 9ਵੀਂ ਦੀ ਤਰ੍ਹਾਂ ਹੀ 10 ਅੰਕਾਂ ਦਾ ਹੈ। ਅਣਡਿੱਠਾ ਪੈਰਾ ਚੋਣ ਆਧਾਰਿਤ ਹੈ, ਜੋ 200 ਤੋਂ 250 ਸ਼ਬਦਾਂ ਦੇ ਵਿੱਚ ਹੋਏਗਾ, ਜਿਸ ਵਿੱਚੋਂ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਅਣਡਿੱਠੀ ਕਾਵਿ ਟੁਕੜੀ ਚੋਣ ਆਧਾਰਿਤ ਹੋਏਗੀ ਇਹ ਵੀ, ਇਸ ਵਿੱਚੋਂ ਵੀ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਇਹਨਾਂ ਦੋਨਾਂ ਲਈ 10 ਅੰਕ ਨਿਰਧਾਰਿਤ ਕੀਤੇ ਗਏ ਹਨ। ਤੇ ਅਗਲਾ ਹਿੱਸਾ ਵਿਆਕਰਨ ਗ੍ਰਾਮਰ ਲਈ 16 ਅੰਕ ਨਿਰਧਾਰਿਤ ਹਨ, ਜਿਸ ਵਿੱਚੋਂ ਸਮਾਸੀ ਸ਼ਬਦ ਪੁੱਛੇ ਜਾਣਗੇ। ਸਮਾਸੀ ਸ਼ਬਦਾਂ ਲਈ ਬਹੁ ਵਿਕਲਪੀ ਪ੍ਰਸ਼ਨ ਹਨ, ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਫਿਰ ਅੱਗੇ ਬਹੁ ਅਰਥਕ ਲਈ ਵੀ ਬਹੁ ਵਿਕਲਪੀ ਪ੍ਰਸ਼ਨ, ਅਗੇਤਰ ਪਿਛੇਤਰ ਲਈ ਵੀ ਬਹੁ ਵਿਕਲਪੀ ਪ੍ਰਸ਼ਨ ਅਤੇ ਮੁਹਾਵਰੇ ਕੱਕਾ ਤੋਂ ਝੱਝਾ ਤੱਕ ਇਹਨਾਂ ਲਈ ਵੀ ਬਹੁ ਵਿਕਲਪੀ ਪ੍ਰਸ਼ਨ। ਫਿਰ ਅਗਲੇ ਹਿੱਸੇ ਵਿੱਚ ਪਾਠ ਪੁਸਤਕਾਂ ਦੇ ਆਧਾਰਿਤ ਇਸ ਭਾਗ ਲਈ 14 ਅੰਕ ਹਨ। ਇਸ ਦਾ ਪਹਿਲਾ ਜੋ ਭਾਗ ਹੈ ਕਹਾਣੀ, ਵਾਰਤਕ, ਜੀਵਨੀ ਤੇ ਇਕਾਂਗੀ ਤੇ ਆਧਾਰਿਤ ਹੋਏਗਾ। ਇਸ ਵਿੱਚੋਂ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਦੂਜਾ ਜੋ ਇਸ ਭਾਗ ਦਾ ਅੱਗੇ ਦੂਜਾ ਭਾਗ ਹੈ ਉਹ ਕਾਵਿ ਟੁਕੜੀ ਤੇ ਆਧਾਰਿਤ ਹੋਏਗਾ। ਇਸ ਵਿੱਚੋਂ ਵੀ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਇਹ 14 ਅੰਕ ਦੇ ਹੋਣਗੇ। ਫਿਰ ਅਗਲਾ ਹਿੱਸਾ ਪਾਠ ਪੁਸਤਕਾਂ ਤੇ ਆਧਾਰਿਤ ਹੋਏਗਾ। ਸੋ ਜਦੋਂ ਅਸੀਂ ਵੇਖਦੇ ਹਾਂ ਕਿ ਪਹਿਲਾਂ ਪਾਠ ਪੁਸਤਕ ਵਿੱਚੋਂ 20 ਅੰਕਾਂ ਦੇ ਪ੍ਰਸ਼ਨ ਹੀ ਪੁੱਛੇ ਜਾਂਦੇ ਸਨ, ਜੋ ਕਿ ਹੁਣ 40 ਹੋ ਗਏ। 14 ਦੇ ਪਹਿਲਾਂ ਜੋ ਹੁਣੇ ਪਿਛਲੀ ਸਲਾਈਡ ਤੇ ਅਸੀਂ ਵੇਖਿਆ ਹੈ, ਅਤੇ 26 ਅੰਕਾਂ ਦੇ ਇਹ ਪਾਠ ਪੁਸਤਕ ਦੇ ਆਧਾਰਿਤ ਇਹ ਵਰਣਨਾਤਮਕ ਪ੍ਰਸ਼ਨ ਹੋਣਗੇ। ਇਸ ਦਾ ਜੋ ਪਹਿਲਾ ਭਾਗ ਹੈ ਉਸ ਵਿੱਚ ਕਵਿਤਾ, ਜੀਵਨੀ, ਵਾਰਤਕ ਤੇ ਆਧਾਰਿਤ ਪ੍ਰਸ਼ਨ ਪੁੱਛੇ ਜਾਣਗੇ, ਜੋ ਕਿ ਚੋਣ ਆਧਾਰਿਤ ਹੋਣਗੇ, ਜਿਨ੍ਹਾਂ ਦੇ ਉੱਤਰ ਤੁਸੀਂ 20 ਤੋਂ 25 ਸ਼ਬਦਾਂ ਦੇ ਵਿੱਚ ਦੇਣੇ ਹਨ। ਫਿਰ ਇਸ ਦੇ ਅਗਲੇ ਹਿੱਸੇ ਵਿੱਚ ਜੀਵਨੀ ਤੇ ਵਾਰਤਕ ਵਿੱਚੋਂ ਚੋਣ ਆਧਾਰਿਤ ਪ੍ਰਸ਼ਨ ਪੁੱਛੇ ਜਾਣਗੇ, ਜੋ ਕਿ 40 ਤੋਂ 50 ਸ਼ਬਦਾਂ ਦੇ ਵਿੱਚ ਉੱਤਰ ਦੇਣ ਲਈ ਕਿਹਾ ਜਾਏਗਾ। ਇਸ ਦੇ ਅਗਲੇ ਹਿੱਸੇ ਦੇ ਵਿੱਚ ਜੋ ਪ੍ਰਸ਼ਨ ਪੁੱਛੇ ਜਾਣਗੇ ਉਹ ਵੀ ਚੋਣ ਆਧਾਰਿਤ ਹੋਣਗੇ, ਤੇ ਉਹ ਇਕਾਂਗੀ ਤੇ ਕਹਾਣੀ ਤੇ ਆਧਾਰਿਤ ਹੋਣਗੇ, ਜਿਨ੍ਹਾਂ ਦੇ ਉੱਤਰ ਤੁਸੀਂ 40 ਤੋਂ 50 ਸ਼ਬਦਾਂ ਦੇ ਵਿੱਚ ਦੇਣੇ ਹਨ। ਹੁਣ ਅਗਲੇ ਹਿੱਸੇ ਵੱਲ ਵੱਧਦੇ ਹਾਂ, ਪ੍ਰਭਾਵਸ਼ਾਲੀ ਲਿਖਣ ਕੌਸ਼ਲ। ਇਸ ਲਈ 14 ਅੰਕ ਨਿਰਧਾਰਿਤ ਕੀਤੇ ਗਏ ਹਨ। ਇਸ ਦਾ ਜੋ ਪਹਿਲਾ ਭਾਗ ਹੈ ਲੇਖ ਰਚਨਾ, ਇਸ ਵਿੱਚ ਵਿਚਾਰ ਪ੍ਰਧਾਨ ਤੇ ਆਮ ਵਿਸ਼ਿਆਂ ਵਿੱਚੋਂ ਲੇਖ ਦਿੱਤੇ ਜਾਣਗੇ, ਜਿਨ੍ਹਾਂ ਨੂੰ ਤੁਸੀਂ 200 ਤੋਂ 250 ਸ਼ਬਦਾਂ ਦੇ ਵਿੱਚ ਇੱਕ ਲੇਖ ਲਿਖਣਾ ਹੈ। ਉਹਨਾਂ ਵਿੱਚੋਂ ਚੁਣ ਕੇ 3 ਲੇਖ ਤੁਹਾਨੂੰ ਦਿੱਤੇ ਜਾਣਗੇ। ਤਿੰਨਾਂ ਲੇਖਾਂ ਨੂੰ ਨੁਕਤਿਆਂ ਸਾਹਿਤ ਦਿੱਤਾ ਜਾਏਗਾ। ਅੱਗੇ ਪੱਤਰ ਰਚਨਾ, ਨਿੱਜੀ ਤੇ ਦਫ਼ਤਰੀ। ਨਿੱਜੀ ਤੇ ਦਫ਼ਤਰੀ ਪੱਤਰਾਂ ਨੂੰ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ। 2 ਪੱਤਰ ਤੁਹਾਨੂੰ ਚੋਣ ਆਧਾਰਿਤ ਦਿੱਤੇ ਜਾਣਗੇ, ਉਹਨਾਂ ਦੇ ਵੀ ਨੁਕਤੇ ਦਿੱਤੇ ਜਾਣਗੇ, ਭਾਵ ਉਹ ਨੁਕਤਿਆਂ ਸਾਹਿਤ ਹੋਣਗੇ। ਅੱਗੇ ਫਿਰ ਇਸ਼ਤਿਹਾਰ, ਇਹ ਵੀ ਚੋਣ ਆਧਾਰਿਤ ਹੋਏਗਾ, ਜਾਂ ਇਸ ਦੇ ਵਿੱਚ ਫਿਰ ਅੱਗੇ ਹੋਰ ਚੋਣ ਹੋਏਗੀ, ਜਾਂ ਤਸਵੀਰ ਦੇ ਆਧਾਰ ਤੇ ਵਰਣਨ। ਸੋ ਇਹ ਸਾਰਾ ਕੁਝ ਜੋ ਹੈ ਉਹ 50 ਸ਼ਬਦਾਂ ਦੇ ਵਿੱਚ ਤੁਸੀਂ ਕਰਨਾ ਹੈ। ਸੋ
ਇਹ ਸੀ 10ਵੀਂ ਜਮਾਤ ਦਾ ਨਵਾਂ ਪਾਠਕ੍ਰਮ। ਪੁਰਾਣੇ ਦੇ ਵਿੱਚ ਕੀ ਸੀ, ਥੋੜ੍ਹਾ ਜਿਹਾ ਉਸ ਨੂੰ ਵੀ ਸਮਝਦੇ ਹਾਂ ਕਿ ਫ਼ਰਕ ਕਿੱਥੇ ਪਿਆ। ਪਹਿਲਾਂ ਅਣਡਿੱਠਾ ਪੈਰਾ ਜੋ ਹੈ 200 ਤੋਂ 250 ਸ਼ਬਦਾਂ ਦਾ ਵਿੱਚ ਸੀ, ਪਰ ਇੱਥੇ ਚੋਣ ਆਧਾਰਿਤ ਨਹੀਂ ਸੀ। 4 ਛੋਟੇ ਪ੍ਰਸ਼ਨ ਸਨ ਤੇ ਇੱਕ ਪ੍ਰਸ਼ਨ ਸਿਰਲੇਖ ਦਾ ਸੀ। ਇੱਥੇ ਹੁਣ 10 ਅੰਕ ਹਨ, ਪਹਿਲਾਂ 15 ਸਨ। ਅਣਡਿੱਠੀ ਕਾਵਿ ਟੁਕੜੀ ਨਾਲ ਵੀ ਸੰਬੰਧਿਤ ਜੋ ਹਨ, ਉਹ ਪਹਿਲਾਂ 3 ਪ੍ਰਸ਼ਨ ਪੁੱਛੇ ਜਾਂਦੇ ਸਨ। 6 ਅੰਕ ਉਸ ਲਈ ਸਨ। ਅੱਗੇ ਵਿਆਕਰਨ ਲਈ 20 ਅੰਕ ਸਨ, ਹੁਣ 14 ਹਨ। ਪਹਿਲਾਂ ਸਮਾਸੀ ਸ਼ਬਦ ਬਹੁ ਵਿਕਲਪੀ ਸਨ, ਬਹੁਅਰਥਕ ਵੀ ਬਹੁ ਵਿਕਲਪੀ, ਕਿਰਿਆ ਵਿਸ਼ੇਸ਼ਣ ਬਹੁ ਵਿਕਲਪੀ ਸੀ, ਅਗੇਤਰ ਪਿਛੇਤਰ ਬਹੁ ਵਿਕਲਪੀ ਨਹੀਂ ਸਨ ਤੇ ਮੁਹਾਵਰੇ ਵੀ। ਹੁਣ ਇੱਥੋਂ ਕਿਰਿਆ ਵਾਲਾ ਜੋ ਹਿੱਸਾ ਹੈ ਉਹ ਤਾਂ ਹਟ ਗਿਆ ਹੈ, ਬਾਕੀ ਜੋ ਹਿੱਸੇ ਹਨ ਉਹ ਬਹੁ ਵਿਕਲਪੀ ਹੋ ਗਏ ਹਨ। ਫਿਰ ਪ੍ਰਭਾਵਸ਼ਾਲੀ ਲੇਖਣ ਕੌਸ਼ਲ ਦੇ ਵਿੱਚ ਬਾਕੀ ਸਾਰਾ ਕੁਝ ਬਿਲਕੁਲ ਉਸੇ ਤਰ੍ਹਾਂ ਸੀ। ਪਹਿਲਾਂ ਇਸ ਲਈ 25 ਅੰਕ ਸਨ, ਹੁਣ 14 ਅੰਕ ਹੋ ਗਏ ਹਨ। ਪਹਿਲਾਂ ਤੁਸੀਂ 200 ਸ਼ਬਦਾਂ ਦਾ ਲੇਖ ਲਿਖਣਾ ਸੀ, ਹੁਣ 200 ਤੋਂ 250 ਸ਼ਬਦਾਂ ਦਾ ਹੋ ਗਿਆ। ਬਾਕੀ ਇਸ ਹਿੱਸੇ ਵਿੱਚ ਕੋਈ ਤਬਦੀਲੀ ਨਹੀਂ, ਸਿਰਫ ਅੰਕ ਇੱਥੇ ਘਟ ਗਏ ਹਨ, 25 ਦੀ ਜਗ੍ਹਾ 14 ਹੋ ਗਏ ਹਨ। ਪਾਠ ਪੁਸਤਕਾਂ 'ਤੇ ਆਧਾਰਿਤ ਜੋ ਪਹਿਲਾਂ ਪ੍ਰਸ਼ਨ ਪੁੱਛੇ ਜਾਂਦੇ ਸਨ ਉਹ 20 ਅੰਕਾਂ ਦੇ ਸਨ, ਹੁਣ ਉਹ 40 ਅੰਕਾਂ ਦੇ ਹੋ ਗਏ। ਜਿਵੇਂ ਪਹਿਲਾਂ ਬਹੁ ਵਿਕਲਪੀ ਪ੍ਰਸ਼ਨ 4 ਅੰਕਾਂ ਦੇ ਪੁੱਛੇ ਜਾਂਦੇ ਸਨ, ਉਹ ਵੀ ਕਹਾਣੀ ਤੇ ਵਾਰਤਕ ਵਿੱਚੋਂ। ਹੁਣ ਕਹਾਣੀ, ਵਾਰਤਕ, ਜੀਵਨੀ ਤੇ ਇਕਾਂਗੀ 'ਤੇ ਆਧਾਰਿਤ ਇੱਕ ਹਿੱਸਾ ਹੈ, ਉਸ ਵਿੱਚੋਂ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ ਅਤੇ ਕਾਵਿ ਟੁਕੜੀ 'ਤੇ ਆਧਾਰਿਤ ਇੱਕ ਹਿੱਸਾ ਹੈ, ਉਸ ਵਿੱਚੋਂ ਵੀ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਇੱਕ ਸ਼ਬਦ ਵਾਲੇ ਜੋ ਅੱਗੇ ਉੱਤਰ ਵਾਲੇ ਪ੍ਰਸ਼ਨ ਸਨ ਕਿ ਇੱਕ ਸ਼ਬਦ ਦੇ ਵਿੱਚ ਤੁਸੀਂ ਦੇਣਾ ਹੈ ਉੱਤਰ, ਉਹ ਹਿੱਸਾ ਹਟ ਗਿਆ ਹੈ ਤੇ ਇੱਥੇ ਜੋ ਪਹਿਲਾਂ 4 ਅੰਕਾਂ ਦੇ ਸਨ ਬਹੁ ਵਿਕਲਪੀ, ਹੁਣ 14 ਅੰਕਾਂ ਦੇ ਹੋ ਗਏ ਹਨ। ਉਸ ਤੋਂ ਅੱਗੇ ਜੋ ਇਹ ਵਾਲਾ ਹਿੱਸਾ ਸੀ ਜਿੱਥੇ ਤੁਸੀਂ 25 ਤੋਂ 30 ਸ਼ਬਦਾਂ ਦੇ ਵਿੱਚ ਉੱਤਰ ਦੇਣਾ ਹੁੰਦਾ ਸੀ, ਉਹ ਵੀ ਕਹਾਣੀ ਤੇ ਜੀਵਨੀ ਵਿੱਚੋਂ। ਇਸ ਹਿੱਸੇ ਵਿੱਚੋਂ ਹੁਣ ਤੁਸੀਂ ਉੱਤਰ 20 ਤੋਂ 25 ਸ਼ਬਦਾਂ ਦੇ ਵਿੱਚ ਦੇਣਾ ਹੈ ਤੇ ਇੱਥੇ ਜੋ ਪ੍ਰਸ਼ਨ ਹਨ ਉਹ ਕਵਿਤਾ, ਜੀਵਨੀ ਤੇ ਵਾਰਤਕ 'ਤੇ ਆਧਾਰਿਤ ਹੋਣਗੇ। ਫਿਰ ਅਗਲੇ ਹਿੱਸੇ ਦੇ ਵਿੱਚ ਜੋ 50 ਤੋਂ 60 ਸ਼ਬਦਾਂ ਦੇ ਵਿੱਚ ਉੱਤਰ ਤੁਸੀਂ ਦੇਣਾ ਹੁੰਦਾ ਸੀ, ਚੋਣ ਆਧਾਰਿਤ ਸੀ, ਇਹ ਵੀ ਉੱਪਰ ਚੋਣ ਆਧਾਰਿਤ ਹੋ ਗਏ ਹਨ। ਇਹ ਵੀ ਚੋਣ ਆਧਾਰਿਤ ਸੀ, ਹੁਣ ਵੀ ਚੋਣ ਆਧਾਰਿਤ ਹੈ, ਪਰ ਇੱਥੇ 40 ਤੋਂ 50 ਸ਼ਬਦ ਹੋ ਗਏ ਹਨ ਤੇ ਇੱਥੇ ਜੀਵਨੀ ਤੇ ਵਾਰਤਕ ਹੋ ਗਿਆ। ਕਵਿਤਾ ਨਹੀਂ ਹੈ, ਹੁਣ ਜੀਵਨੀ ਤੇ ਵਾਰਤਕ ਹੈ। ਕਵਿਤਾ ਨੂੰ ਉੱਪਰ ਸ਼ਾਮਿਲ ਕਰ ਲਿਆ ਗਿਆ। ਜੋ ਅੰਤਿਮ ਪ੍ਰਸ਼ਨ ਪਹਿਲਾਂ ਪੁੱਛਿਆ ਜਾਂਦਾ ਸੀ ਸਿਰਫ ਇਕਾਂਗੀ ਵਿੱਚੋਂ, ਚੋਣ ਆਧਾਰਿਤ ਹੁੰਦਾ ਸੀ ਤੇ ਦੋਨੋਂ ਪ੍ਰਸ਼ਨ ਇਕਾਂਗੀ ਵਿੱਚੋਂ ਪੁੱਛੇ ਜਾਂਦੇ ਸਨ। 50 ਤੋਂ 60 ਸ਼ਬਦਾਂ ਦੇ ਵਿੱਚ ਤੁਸੀਂ ਉਹਨਾਂ ਦਾ ਉੱਤਰ ਦੇਣਾ ਹੁੰਦਾ ਸੀ, ਪਰ ਹੁਣ ਉਹ ਇਕਾਂਗੀ ਤੇ ਕਹਾਣੀ ਵਿੱਚੋਂ ਪੁੱਛਿਆ ਜਾਏਗਾ। 40 ਤੋਂ 50 ਸ਼ਬਦਾਂ ਦੇ ਵਿੱਚ ਤੁਸੀਂ ਉੱਤਰ ਦੇਣਾ ਹੈ, ਚੋਣ ਆਧਾਰਿਤ ਉਹ ਹੋਏਗਾ। ਹੁਣ ਪਾਠ ਪੁਸਤਕਾਂ ਦੇ ਵਿੱਚੋਂ ਵੇਖਦੇ ਹਾਂ ਕਿ ਕਿਹੜੇ-ਕਿਹੜੇ ਪਾਠ ਸ਼ਾਮਿਲ ਕੀਤੇ ਗਏ ਹਨ। ਸਾਹਿਤਿਕ ਕਿਰਨਾਂ ਭਾਗ 2 ਦੇ ਵਿੱਚੋਂ 3 ਰਚਨਾਵਾਂ, ਗੌੜੀ ਬੈਰਾਗਣ ਗੁਰੂ ਅਮਰਦਾਸ ਜੀ ਦੀ ਰਚਨਾ, ਗੁੰਮ ਨੇ ਰਸੋਈ ਵਿੱਚੋਂ ਕਸ਼ਮੀਰ ਨੀਰ ਦੀ ਕਵਿਤਾ ਅਤੇ ਗੁਰੂ ਉਪਦੇਸ਼ ਪਵਨ ਹਰਚੰਦਪੁਰੀ ਦੀ ਕਵਿਤਾ, ਇਸ ਨੂੰ ਸ਼ਾਮਿਲ ਕੀਤਾ ਗਿਆ ਹੈ। ਵਾਰਤਕ ਵਾਲੇ ਹਿੱਸੇ ਵਿੱਚੋਂ ਹੈਂਕੜ ਅਤੇ ਹਉਮੈ ਦੀ ਮਾਰ ਡਾਕਟਰ ਹਰਸ਼ਿੰਦਰ ਕੌਰ ਦੀ ਰਚਨਾ, ਪੰਜਾਬ ਦੇ ਲੋਕ ਗੀਤ ਤੇਜਿੰਦਰ ਕੌਰ ਦੀ ਰਚਨਾ ਅਤੇ ਕਲਾਤਮਕ ਰੁਚੀਆਂ ਪ੍ਰਕਿਰਤੀ ਅਤੇ ਪਹਿਚਾਣ ਡਾਕਟਰ ਦੇਵਿੰਦਰ ਸੈਫੀ ਦੀ ਰਚਨਾ ਨੂੰ ਸ਼ਾਮਿਲ ਕੀਤਾ ਗਿਆ ਹੈ। ਅੱਗੇ ਕਹਾਣੀਆਂ, ਸਾਹਿਤਕ ਰੰਗ ਭਾਗ ਦੂਜਾ ਵਿੱਚੋਂ ਕਹਾਣੀਆਂ ਜੋ ਹਨ, ਮੈਂ ਕਿਸੇ ਤੋਂ ਘੱਟ ਨਹੀਂ ਦਰਸ਼ਨ ਸਿੰਘ ਆਸਟ ਦੀ ਲਿਖੀ ਹੋਈ, ਈਅਰਫੋਨ ਬਲਵਿੰਦਰ ਸਿੰਘ ਸੋਢੀ ਦੀ ਲਿਖੀ ਹੋਈ,
ਦੁਸ਼ਮਣੀ ਬਲਵਿੰਦਰ ਸਿੰਘ ਬਰਾੜ ਦੀ ਲਿਖੀ ਹੋਈ। ਇਕਾਂਗੀ ਬੇਬੇ ਰਾਮ ਭਜਨੀ ਪ੍ਰੋਫੈਸਰ I.C. ਨੰਦਾ ਦੀ ਰਚਨਾ ਅਤੇ ਜੀਵਨੀਆਂ 3 ਸ਼ਾਮਿਲ ਕੀਤੀਆਂ ਗਈਆਂ ਹਨ। ਬੀਬੀ ਭਾਨੀ ਜੀ ਸੁਖਵਿੰਦਰ ਕੌਰ ਦੁਆਰਾ ਰਚਿਤ। ਉੱਡਣਾ ਸਿੱਖ ਮਿਲਖਾ ਸਿੰਘ ਪ੍ਰਕਾਸ਼ ਸਿੰਘ ਗਿੱਲ ਦੁਆਰਾ ਲਿਖਿਤ ਅਤੇ ਅਣਥੱਕ ਵਿਗਿਆਨੀ ਡਾਕਟਰ ਅਬਦੁਲ ਕਲਾਮ ਡਾਕਟਰ ਪ੍ਰਿਥਵੀ ਰਾਜ ਥਾਪਰ ਦੁਆਰਾ ਰਚਿਤ। ਹੁਣ ਅਸੀਂ ਵੇਖਦੇ ਹਾਂ ਕਿ ਪਹਿਲਾਂ ਕੀ ਸੀ, ਹੁਣ ਕੀ ਘਟਿਆ ਹੈ ਪੁਰਾਣੇ ਪਾਠਕ੍ਰਮ ਦੇ ਵਿੱਚ ਜੋ ਅਪ੍ਰੈਲ ਵਿੱਚ ਜਾਰੀ ਕੀਤਾ ਗਿਆ ਸੀ। ਹੁਣ ਜੋ ਹੈ ਇਹ ਚੌਥੀ ਕਵਿਤਾ ਮਾਣ ਪੰਜਾਬੀ ਦਾ ਇਹ ਹੁਣ ਹਟ ਗਈ ਹੈ, ਜੋ ਜੁਲਾਈ ਦੇ ਵਿੱਚ ਪਾਠਕ੍ਰਮ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਵਾਰਤਕ ਵਾਲੇ ਹਿੱਸੇ ਦੇ ਵਿੱਚੋਂ ਆਦਤਾਂ, ਪੱਛੋਂ ਦੀਆਂ ਪੈਣ ਕਣੀਆਂ, ਹੈਂਕੜ ਅਤੇ ਹਉਮੈ ਦੀ ਮਾਰ, ਇਹ ਤਿੰਨੋਂ ਆਦਤਾਂ ਅਤੇ ਪੱਛੋਂ ਦੀਆਂ ਪੈਣ ਕਣੀਆਂ ਇਹ ਹਟ ਗਏ ਹਨ। ਹੈਂਕੜ ਅਤੇ ਹਉਮੈ ਦੀ ਮਾਰ ਜੋ 3 ਹਨ, ਪੰਜਾਬ ਦੇ ਲੋਕ ਗੀਤ ਅਤੇ ਕਲਾਤਮਕ ਰੁਚੀਆਂ, ਇਹ 3 ਹਿੱਸੇ ਹਨ। ਪਹਿਲਾ ਤੇ ਤੀਜਾ ਇਹ ਹਟ ਗਏ ਹਨ। ਸਾਹਿਤਕ ਰੰਗ ਦੇ ਵਿੱਚੋਂ ਤਿੰਨੋਂ ਦੀਆਂ 3 ਕਹਾਣੀਆਂ ਪਹਿਲਾਂ ਵੀ ਸਨ, ਹੁਣ ਵੀ ਹਨ। ਇਕਾਂਗੀ ਵੀ ਉਸੇ ਤਰ੍ਹਾਂ ਹੈ ਅਤੇ ਤਿੰਨੋਂ ਜੀਵਨੀਆਂ, ਇਸ ਵਿੱਚੋਂ ਕੋਈ ਵੀ ਭਾਗ ਨਹੀਂ ਹਟਾਇਆ ਗਿਆ ਹੈ। ਹੁਣ ਅਸੀਂ ਪਾਠ ਪੁਸਤਕ ਵਿੱਚੋਂ ਵੇਖਦੇ ਹਾਂ ਕਿ ਕਿਹੜੇ-ਕਿਹੜੇ ਪਾਠ ਹਨ, ਕੁੱਲ ਕਿੰਨੇ ਹਨ ਤੇ ਕਿਹੜੇ-ਕਿਹੜੇ ਸਾਡੇ ਪਾਠਕ੍ਰਮ ਵਿੱਚ ਸ਼ਾਮਿਲ ਹਨ। ਸਾਹਿਤਕ ਕਿਰਨਾਂ ਭਾਗ 2 ਦੇ ਵਿੱਚੋਂ ਅਸੀਂ ਵੇਖਦੇ ਹਾਂ ਕਿ ਕੁੱਲ 16 ਪਾਠਾਂ ਦੇ ਵਿੱਚੋਂ 16 ਪਾਠ ਹਨ। 16 ਪਾਠਾਂ ਦੇ ਵਿੱਚੋਂ ਗੌੜੀ ਬੈਰਾਗਨ ਗੁਰੂ ਅਮਰਦਾਸ ਜੀ ਦੀ ਰਚਨਾ, ਫਿਰ ਚੌਥਾ ਪਾਠ ਗੁੰਮਨੇ ਰਸੋਈ ਵਿੱਚੋਂ ਤੇ 5ਵਾਂ ਗੁਰੂ ਉਪਦੇਸ਼। ਇਸੇ ਤਰ੍ਹਾਂ 11ਵਾਂ ਪਾਠ ਹੈਂਕੜ ਅਤੇ ਹਉਮੈ ਦੀ ਮਾਰ, 15ਵਾਂ ਪੰਜਾਬ ਦੇ ਲੋਕ ਗੀਤ ਅਤੇ 16ਵਾਂ ਕਲਾਤਮਕ ਰੁਚੀ। ਅੱਗੇ ਸਾਹਿਤਕ ਰੰਗ ਭਾਗ ਦੂਜਾ ਦੇ ਵਿੱਚੋਂ ਅਸੀਂ ਵੇਖਦੇ ਹਾਂ ਕਿ ਕੁੱਲ 10 ਪਾਠ ਹਨ। 10 ਦੇ ਵਿੱਚੋਂ ਪਹਿਲਾ ਮੈਂ ਕਿਸੇ ਤੋਂ ਘੱਟ ਨਹੀਂ ਕਹਾਣੀ, ਤੀਜਾ ਈਅਰਫੋਨ ਕਹਾਣੀ ਅਤੇ ਚੌਥਾ ਦੁਸ਼ਮਣੀ ਕਹਾਣੀ, ਫਿਰ 5ਵਾਂ ਇਕਾਂਗੀ ਬੇਬੇ ਰਾਮ ਭਜਨੀ, 7ਵਾਂ ਬੀਬੀ ਭਾਨੀ ਜੀ ਜੀਵਨੀ, 8ਵਾਂ ਉੱਡਣਾ ਸਿੱਖ ਮਿਲਖਾ ਸਿੰਘ ਜੀਵਨੀ ਹੈ ਇਹ ਵੀ, ਅਤੇ 9ਵਾਂ ਅਣਥੱਕ ਵਿਗਿਆਨੀ ਡਾਕਟਰ ਅਬਦੁਲ ਕਲਾਮ। ਸੋ ਇਹ ਜੋ ਸਾਹਿਤਕ ਕਿਰਨਾਂ ਤੇ ਸਾਹਿਤਕ ਰੰਗ ਵਿੱਚੋਂ ਜੋ ਪਾਠ ਹਨ ਉਹ ਸ਼ਾਮਿਲ ਕੀਤੇ ਗਏ ਹਨ। ਸੋ ਇਹ ਸੀ CBSE ਵੱਲੋਂ 7 ਜੁਲਾਈ 2020 ਨੂੰ ਜੋ ਪਾਠਕ੍ਰਮ ਸੋਧਿਆ ਗਿਆ ਹੈ ਉਸ ਦਾ ਵੇਰਵਾ। ਜੇ ਫਿਰ ਵੀ ਕੋਈ ਮਨ ਦੇ ਵਿੱਚ ਸ਼ੰਕਾ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਲਿਖ ਸਕਦੇ ਹੋ, ਤੁਹਾਨੂੰ ਉਸ ਦਾ ਉੱਤਰ ਮਿਲ ਜਾਏਗਾ। ਬਹੁਤ ਬਹੁਤ ਧੰਨਵਾਦ।